ਅੱਜ ਕਿਸਾਨਾਂ ਦੇ ਸੰਘਰਸ਼ ਨੂੰ ਦਿੱਲੀ ਦੇ ਵਿੱਚ ਪੂਰੇ 4 ਮਹੀਨੇ ਹੋ ਗਏ ਨੇ। ਅੱਜ 26 ਮਾਰਚ ਹੈ ਤੇ ਕਿਸਾਨਾਂ ਨੇ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਉਸ ਨੂੰ ਲੈ ਕੇ ਪੂਰੇ ਦੇਸ਼ ਤੋਂ ਕਿਹੜੀਆਂ ਖਾਸ ਖਬਰਾਂ ਨੇ, ਦੇਸ਼ ਅਤੇ ਦੁਨੀਆ ਦੀਆਂ ਤੇ ਪੰਜਾਬ ਦੀਆਂ ਹੋਰ ਕਿਹੜੀਆਂ ਖਾਸ ਖਬਰਾਂ ਨੇ, ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ। ਬੁਲੇਟਿਨ 'ਚ ਸਭ ਦਾ ਸਵਾਗਤ ਹੈ, ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦੀ, ਜਿਹੜਾ ਕਿ ਕਿਸਾਨਾਂ ਨੇ 4 ਮਹੀਨੇ ਪੂਰੇ ਹੋਣ ਤੇ ਦਿੱਤਾ ਸੀ। 26 ਨਵੰਬਰ ਨੂੰ ਕਿਸਾਨ ਉੱਥੇ ਪਹੁੰਚੇ ਤਾਂ 26 ਮਾਰਚ ਤੱਕ ਕੀ ਹਾਲਾਤ ਰਹੇ ਕਿਸਾਨਾਂ ਦੇ ਧਰਨਿਆਂ ਦੇ ਤੇ ਕਿਸਾਨਾਂ ਦਾ ਬੰਦ ਕਿੰਨਾ ਕੁ ਸਫਲ ਰਿਹਾ। ਸੰਯੁਕਤ ਕਿਸਾਨ ਮੋਰਚੇ ਤੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਟ੍ਰੇਡ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਨੇ ਇਸ ਬੰਦ ਦਾ ਸਮਰਥਨ ਕੀਤਾ। ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਅਸੀਂ ਬੰਦ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਪੰਜਾਬ ਅਤੇ ਹਰਿਆਣਾ ਦੇ ਵਿੱਚ ਮੁਕੰਮਲ ਬੰਦ ਰਿਹਾ। ਬਾਜ਼ਾਰਾਂ ਦੇ ਨਾਲ ਜਿਹੜੇ ਅਦਾਰੇ ਹੈਗੇ ਨੇ, ਵਿਦਿਅਕ ਅਦਾਰੇ ਹੋਣ, ਸਰਕਾਰੀ ਅਦਾਰੇ ਹੋਣ, ਸਭ ਕੁਝ ਬੰਦ ਰਿਹਾ। ਐਸਜੀਪੀਸੀ ਨੇ ਵੀ ਇਸ ਬੰਦ ਦਾ ਖਾਸ ਤੌਰ ਤੇ ਸਮਰਥਨ ਕੀਤਾ ਸੀ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਜਿਹੜਾ ਨਗਰ ਕੀਰਤਨ ਪਿਛਲੇ ਦਿਨਾਂ ਦੇ ਵਿੱਚ ਆਰੰਭ ਹੋਇਆ ਸੀ, ਉਸ ਤੇ ਵੀ ਭਾਰਤ ਬੰਦ ਕਰਕੇ ਇੱਕ ਦਿਨ ਦੇ ਲਈ ਵਿਰਾਮ ਲਾਇਆ ਗਿਆ ਤੇ ਮੁੜ ਤੋਂ ਇਹ ਨਗਰ ਕੀਰਤਨ 27 ਮਾਰਚ ਨੂੰ ਆਪਣੇ ਰੂਟ ਤੇ ਰਵਾਨਾ ਹੋਵੇਗਾ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਉਹ ਬਹਾਲ ਰੱਖੀਆਂ ਗਈਆਂ, ਬਾਕੀ ਸਾਰੀਆਂ ਸੇਵਾਵਾਂ ਨੂੰ ਠੱਪ ਕੀਤਾ ਗਿਆ। ਹਾਲਾਂਕਿ ਵੱਖ-ਵੱਖ ਥਾਵਾਂ ਤੋਂ, ਇੱਕਾ ਦੁੱਕਾ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੋਕ ਨਾਰਾਜ਼ ਵੀ ਨਜ਼ਰ ਆਏ। ਜਿਹੜੇ ਐਮਰਜੈਂਸੀ ਸੇਵਾਵਾਂ ਦੌਰਾਨ ਰਾਹਾਂ ਤੋਂ ਲੰਘਣ ਵਾਲੇ ਸੀ, ਉਹਨਾਂ ਨੂੰ ਕਈ ਥਾਵਾਂ ਤੇ ਨੌਜਵਾਨਾਂ ਨੇ ਲੰਘਣ ਨਹੀਂ ਦਿੱਤਾ। ਇਹੋ ਜੀ ਜਿਹੜੀ ਖਬਰ ਹੈ ਉਹ ਸਾਡੇ ਪੱਤਰਕਾਰ ਸਾਥੀਆਂ ਨੇ ਦਿੱਤੀ ਰੂਪਨਗਰ ਤੋਂ ਵੀ, ਜਿੱਥੇ ਗਰਭਵਤੀ ਔਰਤ ਨੂੰ ਲੰਘਣ ਹੀ ਨਹੀਂ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਹੁਣ ਤੱਕ ਘੰਟਾ ਹੀ ਰਹਿ ਗਿਆ, ਹੁਣ ਤੁਸੀਂ ਘੰਟਾ ਹੋਰ ਸਾਰ ਲਓ। ਸੋ ਇਹੋ ਜਿਹੀਆਂ ਜਿਹੜੀਆਂ ਖਬਰਾਂ ਆਈਆਂ ਨੇ ਉਹ ਸੱਚਮੁੱਚ ਪਰੇਸ਼ਾਨ ਕਰਨ ਵਾਲੀਆਂ ਨੇ। ਇਹਨਾਂ ਖਬਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਲੀਡਰਾਂ ਨੂੰ ਜ਼ਰੂਰ ਮੰਥਨ ਕਰਨਾ ਚਾਹੀਦਾ ਹੈ ਕਿ ਇਹ ਕਿਹੋ ਜਿਹੇ ਕਿਹੜੇ ਨੌਜਵਾਨ ਨੇ ਜਿਹੜੇ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਵੀ ਨਹੀਂ ਲੰਘਣ ਦੇ ਰਹੇ ਸੀ। ਇਹ ਤੇ ਜ਼ਰੂਰ ਮੰਥਨ ਹੋਣਾ ਚਾਹੀਦਾ ਹੈ ਤੇ ਤਾੜਨਾ ਵੀ ਹੋਣੀ ਚਾਹੀਦੀ ਹੈ। ਸੋ ਭਾਰਤ ਬੰਦ ਦੇ ਸੱਦੇ ਤੇ ਪੰਜਾਬ ਦੇ ਵਿੱਚ ਕੀ ਅਸਰ ਰਿਹਾ, ਉਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਇਸ ਦੇ ਨਾਲ ਹਰਿਆਣਾ, ਦਿੱਲੀ, ਪੂਰੇ ਦੇਸ਼ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਸੜਕੀ ਆਵਾਜਾਈ ਸਮੇਤ ਰੇਲ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਰਹੀ। ਪੰਜਾਬ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਚੁੱਪ ਪਸਰੀ ਰਹੀ। ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਥਾਂ ਤੇ ਨਾਰੇ ਗੂੰਜਦੇ ਰਹੇ। ਸਭ ਤੋਂ ਪਹਿਲਾਂ ਰਾਜਸਥਾਨ ਦੀ ਇੱਕ ਬੜੀ ਪੋਜ਼ਿਟਿਵ ਤਸਵੀਰ ਤੁਹਾਨੂੰ ਦਿਖਾਉਂਦੇ ਆ, ਜਿਹੜੀ ਕਿ ਤੁਹਾਡੇ ਅੰਦਰ ਵੀ ਹੌਸਲਾ ਤੇ ਹਿੰਮਤ ਭਰ ਦੇਵੇਗੀ। ਇਹ ਖਬਰ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਸਾਦੁਲ ਸ਼ਹਿਰ ਦੇ ਪਤਲੀ ਬੈਰੀਅਰ ਤੋਂ, ਜਿੱਥੇ ਕਿਸਾਨ ਰਣਜੀਤ ਸਿੰਘ ਭੁੱਲਰ ਨੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਕੱਲੇ ਨੇ ਹੀ ਸੜਕ ਨੂੰ ਜਾਮ ਕਰ ਦਿੱਤਾ। ਇਕੱਲੇ ਨੇ ਹੀ ਸੜਕ ਦੇ ਉੱਤੇ ਨਿੱਕੇ ਤੇ ਵੱਡੇ ਪੱਥਰ ਚਿਣ ਦਿੱਤੇ, ਚੱਕਾ ਜਾਮ ਕਰ ਦਿੱਤਾ। ਸਾਈਕਲ ਖੜਾਇਆ ਹੋਇਆ ਸੀ ਇਸ ਕਿਸਾਨ ਨੇ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਖੜਾ ਕਰਕੇ ਚੱਕਾ ਜਾਮ ਕੀਤਾ ਹੈ। ਰਣਜੀਤ ਸਿੰਘ ਨੇ ਸੜਕ ਤੇ ਖੁਦ ਹੀ ਇੱਟਾਂ, ਰੋੜੇ ਤੇ ਮਿੱਟੀ ਦੇ ਢੇਰ ਦੇ ਨਾਲ ਇੱਕ ਬੈਰੀਅਰ ਹੈ ਜਿਹੜਾ ਉਹ ਬਣਾ ਦਿੱਤਾ ਤਾਂ ਕਿ ਚੱਕਾ ਜਾਮ ਨੂੰ ਸਫਲ ਬਣਾਇਆ ਜਾ ਸਕੇ। ਅਗਲੀ ਖਬਰ ਗੁਜਰਾਤ ਤੋਂ ਦੱਸਾਂਗੇ, ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਕਰ ਰਹੇ ਕਿਸਾਨ ਲੀਡਰ ਯੁੱਧਵੀਰ ਸਿੰਘ ਅਤੇ ਜੀਕੇ ਪਟੇਲ ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਹਿਮਦਾਬਾਦ ਦੇ ਵਿੱਚ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਵੱਲੋਂ ਜਿਹੜੀ ਰੈਲੀ ਕੀਤੀ ਜਾਣੀ ਸੀ, ਮਹਾਪੰਚਾਇਤ ਕੀਤੀ ਜਾਣੀ ਹੈ, ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਪਰ ਜਦੋਂ ਯੁੱਧਵੀਰ ਬੋਲ ਰਹੇ ਸੀ ਕਿ ਸਰਕਾਰ ਚਾਹੇ ਜੋ ਮਰਜ਼ੀ ਨੀਤੀਆਂ ਅਪਣਾ ਲਏ, ਕਿਸਾਨ ਹਮੇਸ਼ਾ ਜਾਗਰੂਕ ਰਿਹਾ ਹੈ ਤੇ ਰਹੇਗਾ। ਇਸੇ ਦਰਮਿਆਨ ਅਹਿਮਦਾਬਾਦ ਦੀ ਪੁਲਿਸ ਇੱਥੇ ਪਹੁੰਚ ਜਾਂਦੀ ਹੈ ਤੇ ਯੁੱਧਵੀਰ ਸਮੇਤ ਸਾਰੇ ਜਿਹੜੇ ਕਿਸਾਨ ਲੀਡਰ ਨੇ ਤੇ ਉਹਨਾਂ ਦੇ ਸਾਥੀ ਨੇ, ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਚਲੀ ਜਾਂਦੀ ਹੈ। ਯੁੱਧਵੀਰ ਨੇ ਕਿਹਾ ਕਿ ਗੁਜਰਾਤ ਸਰਕਾਰ ਦੇ ਇਸੇ ਚਿਹਰੇ ਨੂੰ ਦਿਖਾਉਣ ਲਈ ਅਸੀਂ ਇੱਥੇ ਆਏ ਸੀ। ਇੱਥੇ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਇੱਥੇ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਹੈ। ਪੂਰੇ ਗੁਜਰਾਤ ਦੇ ਵਿੱਚ ਅਣਐਲਾਨੀ ਐਮਰਜੈਂਸੀ ਹੈ, ਪੂਰੇ ਗੁਜਰਾਤ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਹੋਇਆ। ਉਹਨਾਂ ਸਵਾਲ ਚੁੱਕੇ ਕਿ ਪ੍ਰੈਸ ਕਾਨਫਰੰਸ ਕਰਨ ਦੇ ਲਈ ਕਿਹੜੀ ਇਜਾਜ਼ਤ ਦੀ ਲੋੜ ਹੁੰਦੀ ਹੈ, ਕਿਹੜੇ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਹੁੰਦੀ ਹੈ ਤੇ ਜੇ ਇੱਥੇ ਲੋਕਤੰਤਰ ਹੈ ਤਾਂ ਅਜਿਹੀ ਇਜਾਜ਼ਤ ਦੀ ਤਾਂ ਇੱਥੇ ਲੋੜ ਹੀ ਨਹੀਂ ਹੋਣੀ ਚਾਹੀਦੀ। ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੀ ਇਸ ਦੀ ਨਿੰਦਿਆ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੋ ਹਾਲਾਤ ਗੁਜਰਾਤ ਦੇ ਵਿੱਚ ਹਨ ਉਹ ਪੂਰੇ ਦੇਸ਼ ਵਿੱਚ ਕਿਤੇ ਵੀ ਨਹੀਂ। ਪ੍ਰੈਸ ਕਾਨਫਰੰਸ ਦੌਰਾਨ ਹੀ ਮੀਡੀਆ ਦੇ ਸਾਹਮਣੇ ਯੁੱਧਵੀਰ ਸਿੰਘ ਨੂੰ ਚੁੱਕ ਕੇ ਪੁਲਿਸ ਲੈ ਜਾਂਦੀ ਹੈ ਤੇ ਇਹ ਗੁਜਰਾਤ ਦੀ ਅਸਲ ਤਸਵੀਰ ਹੈ, ਜਿੱਥੇ ਲੋਕਾਂ ਨੂੰ ਕਿੰਨਾ ਦਬਾ ਕੇ ਰੱਖਿਆ ਜਾਂਦਾ ਹੈ।
ਰਾਕੇਸ਼ ਟਿਕੈਤ ਨੇ ਚੇਤਾਵਨੀ ਵੀ ਦਿੱਤੀ ਕਿ ਜੇ ਰਾਤ ਤੱਕ ਯੁੱਧਵੀਰ ਤੇ ਹੋਰ ਲੀਡਰਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਅਸੀਂ ਗੁਜਰਾਤ ਦੇ ਵਿੱਚ ਬੈਠਕਾਂ ਕਰਾਂਗੇ, ਗੁਜਰਾਤ ਨੂੰ ਵੀ ਆਜ਼ਾਦ ਕਰਵਾਵਾਂਗੇ, ਗੁਜਰਾਤ ਦੇ ਮਸਲਿਆਂ ਨੂੰ ਵੀ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ, ਗੁਜਰਾਤ ਦੇ ਕਿਸਾਨਾਂ ਨੂੰ ਵੀ MSP ਚਾਹੀਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਜੋੜਾਂਗੇ। ਹੁਣ ਅਸੀਂ ਤੁਹਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਮੋਹਾਲੀ ਦਾ ਚੱਪਾ ਚੱਪਾ ਬੰਦ ਸੀ, ਸਾਰੀਆਂ ਦੁਕਾਨਾਂ ਤੇ ਸਾਰੇ ਮਾਲਸ ਜਾਂ ਫਿਰ ਅਦਾਰੇ ਨੇ ਜਿਹੜੇ ਉਹ ਬੰਦ ਦੇਖੇ ਗਏ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਇੱਥੇ ਲੋਕ ਨੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਕਈ ਥਾਵਾਂ ਦੇ ਉੱਤੇ ਚੱਕਾ ਜਾਮ ਕੀਤਾ ਹੋਇਆ ਸੀ, ਸਟੇਜਾਂ ਲੱਗੀਆਂ, ਉੱਥੋਂ ਲੋਕਾਂ ਨੇ ਨਾਅਰੇਬਾਜ਼ੀ ਕੀਤੀ, ਮੋਦੀ ਸਰਕਾਰ ਦੇ ਖਿਲਾਫ ਨਾਅਰੇ ਗੂੰਜਦੇ ਰਹੇ ਅਤੇ ਤਕਰੀਰਾਂ ਵੀ ਹੁੰਦੀਆਂ ਰਹੀਆਂ। ਸਾਰੇ ਧਰਨਿਆਂ ਦੇ ਵਿੱਚ ਥਾਂ-ਥਾਂ ਤੇ ਲੰਗਰ ਵੀ ਲਾਏ ਹੋਏ ਸੀ ਤਾਂ ਕਿ ਜਿਹੜੇ ਰਾਹਗੀਰ ਨੇ ਜਿਹੜੇ ਇਸ ਜਾਮ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਲਈ ਵੀ ਜਿਹੜਾ ਕੋਈ ਮੁਸ਼ਕਿਲ ਨਾ ਆਵੇ, ਸਭ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਮੋਹਾਲੀ ਦੇ ਲਾਂਡਰਾਂ ਵਿੱਚ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ। ਇੱਥੇ ਔਰਤਾਂ ਨੇ, ਬੱਚਿਆਂ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਸੀ। ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਤੱਕ ਵੀ ਚੱਕਾ ਜਾਮ ਕੀਤਾ ਗਿਆ। ਖਰੜ ਦੇ ਵਿੱਚ ਵੀ ਲੋਕਾਂ ਨੇ ਚੱਕਾ ਜਾਮ ਕੀਤਾ। ਮੈਂ ਖਰੀਦਦਾਰੀ ਕਰਨੀ ਆਇਆ, ਮੈਂ ਸਵੇਰੇ ਤੋਂ ਇੱਥੇ ਮੋਹਾਲੀ ਦੇ ਸਾਰਾ ਬਾਜ਼ਾਰ 'ਚ ਘੁੰਮ ਫਿਰ ਕੇ ਦੇਖ ਰਿਹਾ ਵੀ ਕਿਸੇ ਨੇ ਕੋਈ ਦੁਕਾਨ ਖੋਲੀ ਤਾਂ ਨਹੀਂ ਹੋਈ। ਜੇ ਕਿਸੇ ਨੇ ਕੋਈ ਦੁਕਾਨ ਖੋਲੀ ਹੈ ਉਹਨੂੰ ਲਾਹਨਤਾਂ ਪਾਉਣੀਆਂ ਨੇ ਵੀ ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ। ਜਿਹੜੇ ਇਹ 3 ਕਾਨੂੰਨ ਲੈ ਕੇ ਆਏ ਮੋਦੀ ਸਰਕਾਰ, ਭਾਜਪਾ ਲੈ ਕੇ ਆਈ ਹੈ, ਇਹ ਇਕੱਲੀ ਕਿਸਾਨੀ ਨੂੰ ਅਫੈਕਟਡ ਨਹੀਂ ਕਰੂਗਾ, ਇਹ ਹਰੇਕ ਵਰਗ ਨੂੰ ਕਰੂਗਾ। ਜਿਹੜਾ ਵੀ ਮਨੁੱਖ 2 ਟਾਈਮ ਦੀ ਰੋਟੀ ਖਾਂਦਾ ਹੈਗਾ ਉਹਨੂੰ ਰੋਟੀ ਖਾਣੀ ਮਸਾਜ ਹੋ ਜੂਗੀ, ਰੋਟੀ ਨਹੀਂ ਖਾ ਸਕੂਗਾ ਉਹ। ਇਹਨਾਂ ਨੇ ਜਿਵੇਂ ਇਹ ਕਾਨੂੰਨ ਲੈ ਕੇ ਆਏ ਨੇ, ਇੰਨਾ ਇਹਨਾਂ ਤੇ ਧੱਕਾ ਹੋਊਗਾ ਤੇ ਰੋਟੀ ਖਾਣ ਕਿਨੂੰ ਵੀ ਤਰਸਿਆ ਕਰਨਗੇ। ਕਿ ਇਹ ਤਾਂ ਮੋਦੀ ਦਾਲਾ ਦਾ ਇੱਕ ਬਹਾਨਾ ਬਣ ਗਿਆ, ਜਿੱਤਾਂਗੇ ਤਾਂ ਅਸੀਂ ਜਿੱਤਾਂਗੇ, ਸਾਡੇ ਹੱਕ ਅਸੀਂ ਕਿਹੜਾ ਤੋਂ ਖੈਰਾਤ ਮੰਗਦੇ ਆ। ਪੰਜਾਬ ਦੇ ਵਿੱਚ ਉਹ ਮਾਹੌਲ ਨਵਾਂ ਸਿਰਜਿਆ ਜਾ ਰਿਹਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ। ਮੈਨੂੰ ਇਹ ਲੱਗਦਾ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅਸੀਂ ਦੁਬਾਰਾ ਲਿਆਵਾਂਗੇ ਜਿੱਥੇ ਸਾਰੇ ਵਰਗ ਸੁਖੀ ਹੋ। ਅਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਹੁਣ ਇਹਨਾਂ ਨੂੰ ਕੋਈ ਵੀ ਮੈਂ ਕਹਿੰਦੀ ਮੂੰਹ ਨਹੀਂ ਲਾਊਗਾ, ਅਸੀਂ ਵੜਨ ਨਹੀਂ ਦੇਣੇ ਪਿੰਡਾਂ 'ਚ। ਅਸੀਂ ਇਹੀ ਜ਼ੋਰ ਲਾਉਣਾ ਕਿ ਹੁਣ ਵਿਧਾਨ ਸਭਾ ਚੋਣ ਆਉਣ ਵਾਲੀ ਹੈ, ਉਦੋਂ ਪਹਿਲਾਂ ਜੇ ਮੋਦੀ ਸਰਕਾਰ ਮੰਨ ਗਈ ਫੇਰ ਤਾਂ ਵੜਨ ਦਿਓਗੇ ਕਿ ਫੇਰ ਵੀ ਨਹੀਂ? ਮੈਮ ਇਹ ਜੋ ਬਹਾਨਾ ਬਣਿਆ ਨਾ ਉਹ ਤਾਂ ਜਿੱਤ ਕੇ ਹੀ ਆਉਣੀ ਹੈ। ਅਸੀਂ ਲੜਾਈ ਜਿੱਤ ਹੀ ਚੁੱਕੇ ਆ। ਹੁਣ ਮੋਦੀ ਬੇਸ਼ਰਮ ਹੋਇਆ, ਨਹੀਂ ਆਪਦੀ ਅੜੀ ਪੁਗਾ ਰਿਹਾ ਹੈ ਤੇ ਵੈਸੇ ਤਾਂ ਉਹ ਹਾਰ ਹੀ ਚੁੱਕਿਆ, ਅਸੀਂ ਜਿੱਤ ਕੇ ਹੀ ਆਵਾਂਗੇ। ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਗੱਲ ਕਰ ਲਈਏ, ਮੋਹਾਲੀ ਦੇ ਬਿਲਕੁਲ ਨਾਲ ਲੱਗਦਾ ਚੰਡੀਗੜ੍ਹ ਹੈ। ਇੱਥੇ ਕਿਸਾਨਾਂ ਦੇ ਸੱਦੇ ਦਾ ਅਸਰ ਲੋਕਾਂ ਨੇ ਨਹੀਂ ਕਬੂਲਿਆ। ਚੰਡੀਗੜ੍ਹੀਏ ਦੁਕਾਨਦਾਰ ਨੇ, ਉਹਨਾਂ ਨੇ ਬਾਜ਼ਾਰ ਬੰਦ ਨਹੀਂ ਕੀਤੇ। ਚੰਡੀਗੜ੍ਹ ਦੇ ਸੈਕਟਰ 17 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸੈਕਟਰ 17 ਦੇ ਵਿੱਚ ਬੱਸ ਸਟੈਂਡ ਵੀ ਹੈ, ਇੱਥੇ ਵੀ CTU ਯਾਨੀ ਕਿ ਚੰਡੀਗੜ੍ਹ ਦੀਆਂ ਲੋਕਲ ਬੱਸਾਂ ਚੱਲਦੀਆਂ ਰਹੀਆਂ, ਆਮ ਵਾਂਗ ਸੜਕਾਂ ਦੇ ਉੱਤੇ ਚੱਲਦੀਆਂ ਦੇਖੀਆਂ ਗਈਆਂ। ਹਾਲਾਂਕਿ ਪੰਜਾਬ, ਹਰਿਆਣਾ ਜਾਂ ਹਿਮਾਚਲ ਤੋਂ ਇੱਥੇ ਕੋਈ ਬੱਸ ਨਾ ਆਈ ਨਾ ਹੀ ਗਈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦੀਆਂ ਸਾਰੀਆਂ ਹੱਦਾਂ ਕਿਸਾਨਾਂ ਨੇ ਜਾਮ ਕੀਤੀਆਂ ਹੋਈਆਂ ਸੀ। ਸੈਕਟਰ 17 ਮੁੱਖ ਮਾਰਕੀਟ ਪਲਾਜ਼ਾ ਵੀ ਪੂਰੀ ਤਰ੍ਹਾਂ ਦੇ ਨਾਲ ਖੁੱਲਿਆ ਦੇਖਿਆ ਗਿਆ। ਹਾਲਾਂਕਿ ਲੋਕ ਇੱਥੇ ਬਹੁਤ ਘੱਟ ਪਹੁੰਚੇ ਹੋਏ ਸੀ ਖਰੀਦਦਾਰੀ ਕਰਨ, ਪਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਸੀ, ਸ਼ੋਰੂਮ ਸਾਰੇ ਖੁੱਲੇ ਸੀ। ਸੈਕਟਰ 22 ਦੀ ਮੋਬਾਈਲ ਮਾਰਕੀਟ ਦੇ ਵਿੱਚ ਵੀ ਭਾਰਤ ਬੰਦ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਬੰਦ ਦੇ ਨਾਲ ਸਹਿਮਤ ਹਾਂ, ਪਰ ਸਾਡੇ ਵਪਾਰ ਮੰਡਲ ਦਾ ਪ੍ਰਧਾਨ ਹੈ ਜਿਹੜਾ ਉਸ ਨੇ ਇਸ ਸੱਦੇ ਨੂੰ ਕਬੂਲ ਨਹੀਂ ਕੀਤਾ, ਜਿਸ ਕਰਕੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆਂ। ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੇਤ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ 165 ਥਾਵਾਂ ਤੇ ਰੇਲਾਂ ਅਤੇ ਸੜਕਾਂ ਦਾ ਚੱਕਾ ਜਾਮ ਕੀਤਾ। 28 ਥਾਵਾਂ ਤੇ ਰੇਲ ਮਾਰਗਾਂ ਨੂੰ ਜਾਮ ਕੀਤਾ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ GT ਰੋਡ, ਗੋਲਡਨ ਗੇਟ, ਵੱਲਾ ਸਬਜ਼ੀ ਮੰਡੀ, ਰੇਲ ਫਾਟਕ ਸਮੇਤ 87 ਥਾਵਾਂ ਤੇ, ਤਰਨਤਾਰਨ ਵਿੱਚ ਰੇਲ ਤੇ ਸੜਕਾਂ ਤੇ 32 ਥਾਵਾਂ ਤੇ, ਗੁਰਦਾਸਪੁਰ ਜ਼ਿਲ੍ਹੇ ਦੀਆਂ 18 ਥਾਵਾਂ ਤੇ, ਫਿਰੋਜ਼ਪੁਰ ਜ਼ਿਲ੍ਹੇ ਦੀਆਂ 15 ਥਾਵਾਂ, ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 2 ਥਾਵਾਂ, ਕਪੂਰਥਲਾ ਜ਼ਿਲ੍ਹੇ ਦੇ ਵਿੱਚ 5 ਥਾਵਾਂ, ਜਲੰਧਰ ਵਿੱਚ 5, ਮੋਗੇ ਵਿੱਚ 5, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਦੇ ਵਿੱਚ ਇੱਕ ਥਾਂ ਦੇ ਉੱਤੇ ਲੋਕਾਂ ਨੇ ਚੱਕਾ ਜਾਮ ਕੀਤਾ ਜਥੇਬੰਦੀ ਦੀ ਅਗਵਾਈ ਦੇ ਵਿੱਚ। ਇੱਥੇ ਕਿਸਾਨਾਂ ਨੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਨੰਗੇ ਧੜ ਹੋ ਕੇ ਜਾਮ ਕੀਤਾ ਤੇ ਰੇਲ ਮਾਰਗ ਵੱਲਾ ਵੀ ਕਿਸਾਨਾਂ ਨੇ ਜਾਮ ਕੀਤਾ। ਜ਼ਿਲ੍ਹਾ ਬਠਿੰਡਾ ਦੀ ਗੱਲ ਕਰ ਲਈਏ ਤਾਂ ਭਗਤਾ ਭਾਈਕਾ ਦਾ ਪੂਰਾ ਬਾਜ਼ਾਰ ਕਿਸਾਨਾਂ ਤੇ ਆਮ ਲੋਕਾਂ ਨੇ ਬੰਦ ਕਰ ਦਿੱਤਾ। ਇੱਥੇ ਉਗਰਾਹਾਂ ਜਥੇਬੰਦੀ ਨੇ ਸ਼ਹਿਰ ਦੇ ਮੁੱਖ ਚੌਂਕ ਦੇ ਉੱਤੇ ਸਟੇਜ ਵੀ ਲਾਈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਉਗਰਾਹਾਂ ਦੀ ਅਗਵਾਈ ਦੇ ਵਿੱਚ ਬਲਾਕ ਭਵਾਨੀਗੜ੍ਹ ਦੇ ਕਾਲਾ ਝਾੜ ਟੋਲ ਪਲਾਜ਼ਾ ਨੂੰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਤਰ੍ਹਾਂ ਦੇ ਨਾਲ ਜਾਮ ਕੀਤਾ ਗਿਆ।
ਮਾਨਸਾ ਜ਼ਿਲ੍ਹਾ ਵੀ ਮੁਕੰਮਲ ਬੰਦ ਕੀਤਾ ਗਿਆ। ਇੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਟਰਾਂਸਪੋਰਟਰਾਂ ਨੇ ਬੱਸ ਅੱਡੇ 'ਚ ਬਹਿ ਕੇ ਪ੍ਰਦਰਸ਼ਨ ਕੀਤਾ। ਬੱਸਾਂ ਤੇ ਖੇਤੀ ਕਾਨੂੰਨ ਰੱਦ ਕਰਨ ਦੇ ਪੋਸਟਰ ਲਾਏ ਗਏ। ਵਕੀਲਾਂ ਨੇ ਵੀ ਭਾਰਤ ਬੰਦ ਦੀ ਹਮਾਇਤ ਕੀਤੀ। ਵਕੀਲਾਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਮਾਨਸਾ ਦੇ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮਾਨਸਾ ਦੇ ਵਿੱਚ ਸਾਰੀਆਂ ਦੁਕਾਨਾਂ, ਸਾਰੇ ਕਾਰੋਬਾਰ ਤੇ ਆਵਾਜਾਈ ਬੰਦ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਪਾਰੀਆਂ ਦੇ ਵਫਦ ਨੇ ਸਵੇਰੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕੱਢਿਆ। ਇੱਥੇ ਸਾਰੇ ਦੁਕਾਨਦਾਰਾਂ ਦੇ ਵਪਾਰੀਆਂ ਨੇ ਆਪਣੇ ਸਾਰੇ ਕਾਰੋਬਾਰ ਤੇ ਦੁਕਾਨਾਂ ਬੰਦ ਰੱਖੀਆਂ ਤੇ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕੀਤਾ। ਬੰਦ ਦੇ ਸਮਰਥਨ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਵਿਦਿਆਰਥੀ ਤੇ ਹੋਰ ਧਿਰਾਂ ਵੀ ਨਿਤਰੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਦੇ ਸਾਹਮਣੇ ਵੀ ਵਿਦਿਆਰਥੀਆਂ ਨੇ ਧਰਨੇ ਦਿੱਤੇ। ਮੁਲਾਜ਼ਮ ਧਿਰਾਂ ਤੋਂ ਇਲਾਵਾ ਹੋਰ ਕਾਰਕੁਨਾਂ ਨੇ ਵੀ ਗਰਮਜੋਸ਼ੀ ਦੇ ਨਾਲ ਇਸ ਬੰਦ ਦੇ ਸੱਦੇ ਵਿੱਚ ਸ਼ਿਰਕਤ ਕੀਤੀ। ਪੰਜਾਬ ਦੇ ਜਗਰਾਓਂ ਤੇ ਭਿੱਖੀ ਦੇ ਵਿੱਚ ਵੀ ਬੰਦ ਦਾ ਭਰਵਾਂ ਅਸਰ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਤੇ ਬਰਨਾਲਾ ਸ਼ਹਿਰ ਦੇ ਅੰਦਰ ਤੇ ਰੇਲਵੇ ਸਟੇਸ਼ਨ ਤੇ ਬੰਦ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਫਿਰੋਜ਼ਪੁਰ ਜਲੰਧਰ ਰੇਲਵੇ ਟਰੈਕ ਤੇ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ। ਮੁਕਤਸਰ ਸਾਹਿਬ ਦੇ ਵਿੱਚ ਵੀ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਉਦੇਕਰਨ ਚੌਂਕ ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾ ਕੇ ਚੱਕਾ ਜਾਮ ਕੀਤਾ। ਸੁਲਤਾਨਪੁਰ ਲੋਧੀ ਦੇ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਰਹੇ। ਭਾਰਤ ਬੰਦ ਦੇ ਸੱਦੇ ਦੌਰਾਨ ਕਈ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਕਾਨੂੰਨ ਜਲਦ ਤੋਂ ਜਲਦ ਰੱਦ ਕੀਤੇ ਜਾਣ। ਦਿੱਲੀ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਸਿੰਘੂ ਟਿੱਕਰੀ ਤੇ ਗਾਜ਼ੀਪੁਰ ਬਾਰਡਰਾਂ ਦੀ ਗੱਲ ਕਰਾਂਗੇ, ਜਿੱਥੇ ਕਿਸਾਨ ਬੈਠੇ ਹੋਏ ਨੇ ਪਿਛਲੇ 4 ਮਹੀਨਿਆਂ ਤੋਂ। ਇੱਥੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਮੋਦੀ ਸਰਕਾਰ ਦੇ ਖਿਲਾਫ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਬਾਰਡਰਾਂ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਮੁਕੰਮਲ ਬੰਦ ਰਹੀਆਂ, ਹਾਲਾਂਕਿ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਲੰਘਾਇਆ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਦੇ ਲਈ ਕਿਸਾਨਾਂ ਨੂੰ ਘਸਿਆਰੇ ਬਣਾਉਣ ਤੇ ਤੁਲੀ ਹੋਈ ਹੈ, ਪਰ ਦੇਸ਼ ਦੀ ਜਨਤਾ ਕਿਸਾਨਾਂ ਦੇ ਨਾਲ ਹੈ ਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਨੇ ਟਿੱਕਰੀ ਬਾਰਡਰ ਦੇ ਪਕੌੜਾ ਚੌਂਕ ਤੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਪਕੌੜਾ ਚੌਂਕ ਨੂੰ ਜਾਮ ਕੀਤਾ। ਬੰਦ ਦੇ ਸੱਦੇ ਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ਤੇ ਟ੍ਰੈਫਿਕ ਆਵਾਜਾਈ ਪ੍ਰਭਾਵਿਤ ਰਹੀ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵਿੱਟਰ ਤੇ ਟ੍ਰੈਫਿਕ ਚੇਤਾਵਨੀ ਜਾਰੀ ਕਰਕੇ ਲੋਕਾਂ ਨੂੰ ਦਿੱਲੀ ਤੋਂ ਉੱਤਰ ਪ੍ਰਦੇਸ਼ ਗਾਜ਼ੀਪੁਰ ਬਾਰਡਰ ਤੇ ਆਉਣ ਤੋਂ ਪਰਹੇਜ਼ ਕਰਨ ਲਈ ਕਿਹਾ। ਟਵੀਟ ਕੀਤਾ ਕਿ ਗਾਜ਼ੀਪੁਰ ਬਾਰਡਰ ਨੈਸ਼ਨਲ ਹਾਈਵੇ 24 ਤੇ ਟ੍ਰੈਫਿਕ ਦੀ ਆਵਾਜਾਈ ਬੰਦ ਹੈ। ਨਵੀਂ ਦਿੱਲੀ ਦੇ ਵਿੱਚ ਮਾਇਆਪੁਰੀ ਇੰਡਸਟਰੀਅਲ ਏਰੀਆ ਸਮੇਤ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਕਿਸਾਨਾਂ ਦੇ ਸੱਦੇ ਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕੀਤਾ। ਪੂਰਬੀ ਦਿੱਲੀ ਦੇ ਮਾਨਸਰੋਵਰ ਪਾਰਕ ਮੈਟਰੋ ਸਟੇਸ਼ਨ ਦੇ ਨੇੜੇ ਜਨਰਲ ਹਸਪਤਾਲ, ਉੱਤਰੀ ਦਿੱਲੀ ਦੇ ਆਜ਼ਾਦਪੁਰ ਬੱਸ ਟਰਮੀਨਲ ਦੇ ਨੇੜੇ M2K ਅਤੇ ਪੱਛਮੀ ਦਿੱਲੀ ਦੇ B ਬਲਾਕ ਦੇ ਮੰਗੋਲਪੁਰੀ, ਦੱਖਣੀ ਦਿੱਲੀ ਦੇ ਕਾਲਕਾ ਜੀ ਬੱਸ ਡਿਪੂ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਭਾਰਤ ਬੰਦ ਦੀ ਪੂਰੀ ਹਮਾਇਤ ਕੀਤੀ। ਦਿੱਲੀ ਪੁਲਿਸ ਦੇ PRO ਚਿਨਮय ਬਿਸਵਲ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਅਸੀਂ ਤਿੱਖੀ ਗਸ਼ਤ ਰੱਖੀ ਹੈ। ਦਿੱਲੀ ਤੋਂ ਬਾਅਦ ਹਰਿਆਣਾ ਦੀ ਗੱਲ ਕਰ ਲੈਂਦੇ ਹਾਂ, ਜਿੱਥੇ ਮੁਕੰਮਲ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ। ਹਰਿਆਣਾ ਦੇ ਰੋਹਤਕ ਸਮੇਤ ਕਈ ਸ਼ਹਿਰਾਂ ਦੇ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲੀਆਂ, ਹਾਲਾਂਕਿ ਯਾਤਰੀਆਂ ਨੂੰ ਭਟਕਣਾ ਵੀ ਪਿਆ, ਪਰ ਭਾਰਤ ਬੰਦ ਦਾ ਸੱਦਾ ਕਿਸਾਨ ਕਈ ਦਿਨਾਂ ਤੋਂ ਦੇ ਰਹੇ ਸੀ। ਕਈ ਥਾਵਾਂ ਤੇ ਕਿਸਾਨਾਂ ਨੇ ਸੜਕਾਂ ਤੇ ਚੱਕਾ ਜਾਮ ਕੀਤਾ। ਸੋਨੀਪਤ ਤੋਂ ਖਬਰ ਆ ਰਹੀ ਹੈ, ਜਿੱਥੇ ਭਾਰਤ ਬੰਦ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ। ਧਰਨਾਕਾਰੀ ਕਿਸਾਨਾਂ ਤੇ ਲੋਕਾਂ ਦੇ ਵਿਚਾਲੇ ਖੂਨੀ ਝੜਪ ਹੋਈ। ਇਸ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਜੰਮ ਕੇ ਲਾਠੀ ਡੰਡੇ ਚੱਲੇ। ਭਾਰੀ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ। ਸੋਨੀਪਤ ਕੁੰਡਲੀ ਸਰਹੱਦ ਤੇ ਕਿਸਾਨਾਂ ਅਤੇ ਪਿੰਡ ਪ੍ਰੀਤਮਪੁਰਾ ਦੇ ਵਾਸੀਆਂ ਵਿਚਕਾਰ ਬੱਸ ਅੱਡੇ ਤੇ ਲੜਾਈ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਤੇ ਨੌਜਵਾਨ ਕਿਸਾਨਾਂ ਦੀ ਪੁਲਿਸ ਦੇ ਸਾਹਮਣੇ ਹੀ ਝੜਪ ਹੋ ਗਈ। ਲਾਠੀ ਡੰਡੇ ਤੇ ਪੱਥਰ ਦੋਵੇਂ ਪਾਸਿਓਂ ਪੁਲਿਸ ਦੇ ਸਾਹਮਣੇ ਹੀ ਚੱਲੇ। ਇਸ ਦੌਰਾਨ ਹਾਲਾਂਕਿ ਤਣਾਅ ਵਾਲਾ ਮਾਹੌਲ ਰਿਹਾ ਤੇ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਬਾਰੇ ਕੁਝ ਪੱਕਾ ਪਤਾ ਨਹੀਂ ਲੱਗ ਸਕਿਆ ਕਿ ਲੜਾਈ ਕਿਉਂ ਹੋਈ। ਆਂਧਰਾ ਪ੍ਰਦੇਸ਼ ਦੇ ਵਿੱਚ ਭਾਰਤ ਬੰਦ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ। ਬੀਜੇਪੀ ਨੂੰ ਛੱਡ ਕੇ ਆਂਧਰਾ ਪ੍ਰਦੇਸ਼ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਭਾਰਤ ਬੰਦ ਵਿੱਚ ਹਿੱਸਾ ਲਿਆ। ਆਂਧਰਾ ਪ੍ਰਦੇਸ਼ ਦਾ ਕਾਕੀਨਾਡਾ ਸਮੁੰਦਰੀ ਬੰਦਰਗਾਹ ਵੀ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਕਾਰਨ ਬੰਦ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਕਿਸਾਨ ਸਭਾ ਦੇ ਮਹਾਮੰਤਰੀ ਮੁਕੁਟ ਸਿੰਘ ਨੂੰ ਇਟਾਵਾ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਰਾਜਸਥਾਨ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਲੋਕਾਂ ਨੇ ਟਰੈਕਟਰ ਟਰਾਲੀਆਂ ਦੇ ਨਾਲ ਚੱਕਾ ਜਾਮ ਕੀਤਾ। ਸ਼੍ਰੀ ਗੰਗਾਨਗਰ ਦੇ ਵਿੱਚ
ਰਾਜਸਥਾਨ ਦੇ ਕੇਸਰੀ ਸਿੰਘਪੁਰ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇੱਥੇ ਟਰਾਂਸਪੋਰਟਰਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਉੱਤਰ ਪ੍ਰਦੇਸ਼ ਦੇ ਟੱਪਲ ਇੰਟਰ ਐਕਸਚੇਂਜ ਅਲੀਗੜ੍ਹ ਦੇ ਵਿੱਚ ਵੀ ਕਿਸਾਨਾਂ ਨੇ ਚੱਕਾ ਜਾਮ ਕਰਕੇ ਭਾਰਤ ਬੰਦ ਸਫਲ ਬਣਾਇਆ। ਬੰਗਲੌਰ ਦੇ ਵਿੱਚ ਭਾਰਤ ਬੰਦ ਦਾ ਸਮਰਥਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕਰਨਾਟਕਾ ਦੇ ਮੈਸੂਰ ਦੇ ਵਿੱਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਲੋਕਾਂ ਨੇ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੇ ਵਿੱਚ ਵੀ ਭਾਰਤ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਸੋ ਪੰਜਾਬ ਤੇ ਹਰਿਆਣਾ ਦੇ ਨਾਲ ਪੂਰੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਭਾਰਤ ਬੰਦ ਇੱਕ ਤਰੀਕੇ ਦੇ ਨਾਲ ਪੂਰਾ ਸਫਲ ਰਿਹਾ ਹੈ, ਸ਼ਾਂਤਮਈ ਰਿਹਾ ਹੈ ਤੇ ਕਿਸਾਨ ਲੀਡਰਾਂ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ ਇਸ ਭਾਰਤ ਬੰਦ ਨੂੰ ਮੁਕੰਮਲ ਤੌਰ ਤੇ ਸ਼ਾਂਤਮਈ ਤਰੀਕੇ ਦੇ ਨਾਲ ਸਫਲ ਬਣਾਉਣ ਦੇ ਲਈ। ਸੋ ਭਾਰਤ ਬੰਦ ਨੂੰ ਲੈ ਕੇ ਰੇਲ ਦੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨੇ ਕੇਂਦਰ ਸਰਕਾਰ ਤੇ ਆਪਣਾ ਗੁੱਸਾ ਕੱਢਿਆ ਹੈ। ਦਰਅਸਲ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਦੇ ਵਿੱਚ ਫਾਜ਼ਿਲਕਾ ਤੋਂ ਅੰਬਾਲਾ ਜਾਣ ਵਾਲੀ ਯਾਤਰੀ ਰੇਲ ਨੂੰ ਕਿਸਾਨਾਂ ਨੇ ਜਦੋਂ ਰਾਹ ਦੇ ਵਿੱਚ ਹੀ ਰੋਕ ਦਿੱਤਾ ਤਾਂ ਯਾਤਰੀ ਗਰਮੀ ਕਾਰਨ ਰੇਲ ਦੇ ਵਿੱਚ ਬੈਠੇ ਪਰੇਸ਼ਾਨ ਹੋਏ ਤੇ ਇਸ ਮੌਕੇ ਯਾਤਰੀਆਂ ਨੇ ਰੇਲਵੇ ਵਿਭਾਗ ਦੇ ਪ੍ਰਤੀ ਆਪਣੀ ਨਾਰਾਜ਼ਗੀ ਕੱਢੀ ਕਿ ਜਦੋਂ ਰੇਲਵੇ ਨੂੰ ਪਤਾ ਸੀ ਕਿ ਕਿਸਾਨਾਂ ਨੇ ਭਾਰਤ ਬੰਦ ਕਾਰਨ ਟ੍ਰੇਨਾਂ ਨਹੀਂ ਚੱਲਣ ਦੇਣੀਆਂ ਤਾਂ ਉਹਨਾਂ ਨੂੰ ਟ੍ਰੇਨਾਂ ਰੱਦ ਕਰਨ ਦੇਣੀਆਂ ਚਾਹੀਦੀਆਂ ਸੀ। ਕਿਉਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਯਾਤਰੀਆਂ ਨੂੰ ਤਾਂ ਕਿ ਯਾਤਰੀ ਪਰੇਸ਼ਾਨ ਨਾ ਹੁੰਦੇ। ਰੇਲਵੇ ਨੇ ਇਹ ਟ੍ਰੇਨਾਂ ਬੰਦ ਕਰ ਦੇਣੀਆਂ ਸੀ। 26 ਮਾਰਚ ਨੂੰ ਭਾਰਤ ਬੰਦ ਤੋਂ ਇੱਕ ਦਿਨ ਪਹਿਲਾਂ 25 ਮਾਰਚ ਨੂੰ ਸ਼ਹੀਦ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਦੀ ਅਗਵਾਈ ਦੇ ਵਿੱਚ ਮੋਗਾ ਤੋਂ ਸਿੰਘੂ ਬਾਰਡਰ ਤੱਕ ਇਕਜੁੱਟਤਾ ਮਾਰਚ ਕੱਢਿਆ ਗਿਆ। ਇਸ ਇਕਜੁੱਟਤਾ ਮਾਰਚ ਦਾ ਸਿੰਘੂ ਬਾਰਡਰ ਤੇ ਪਹੁੰਚਣ ਦੇ ਉੱਤੇ ਵੱਡਾ ਸਵਾਗਤ ਵੀ ਕੀਤਾ ਗਿਆ। ਕਿਸਾਨ ਲੀਡਰਾਂ ਨੇ ਇੱਥੇ ਭਾਈ ਹਰਦੀਪ ਸਿੰਘ ਡਿਬਡਬਾ ਦਾ ਸਵਾਗਤ ਕੀਤਾ। ਸ਼ੰਭੂ ਬਾਰਡਰ ਤੇ ਵੀ ਹਰਦੀਪ ਸਿੰਘ ਡਿਬਡਬਾ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ, ਨੌਜਵਾਨ ਲੀਡਰ ਤੇ ਕਲਾਕਾਰ ਵੀ ਸ਼ਾਮਿਲ ਹੋਏ ਸੀ ਪਰ ਕੋਈ ਵੱਡਾ ਕਿਸਾਨ ਲੀਡਰ ਇਸ ਮਾਰਚ ਦੇ ਵਿੱਚ ਹਾਲਾਂਕਿ ਸ਼ਾਮਿਲ ਨਹੀਂ ਹੋਇਆ ਪਰ ਸਿੰਘੂ ਬਾਰਡਰ ਪਹੁੰਚਣ ਤੇ ਇਸ ਮਾਰਚ ਦਾ ਸਵਾਗਤ ਕੀਤਾ ਗਿਆ। ਗਾਇਕ ਕੰਵਰ ਗਰੇਵਾਲ ਨੇ ਕਿਹਾ ਸੀ ਕਿ ਹਰਦੀਪ ਸਿੰਘ ਡਿਬਡਬਾ ਵਰਗੇ ਲੀਡਰਾਂ ਦੀ ਅਗਵਾਈ ਦੀ ਸਾਨੂੰ ਇਸ ਵਕਤ ਲੋੜ ਹੈ ਤੇ ਸ਼ਹੀਦ ਨਵਰੀਤ ਦੇ ਦਾਦਾ ਸਾਡੇ ਸਭ ਦੇ ਲਈ ਪ੍ਰੇਰਣਾ ਹਨ ਜਿਹੜੇ ਪੋਤਰੇ ਨੂੰ ਸ਼ਹੀਦ ਕਰਵਾ ਕੇ ਵੀ ਪੂਰੇ ਜਜ਼ਬੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਸਿੰਘੂ ਬਾਰਡਰ ਪਹੁੰਚਣ ਤੇ ਹਰਦੀਪ ਸਿੰਘ ਡਿਬਡਬਾ ਦਾ ਸਨਮਾਨ ਕੀਤਾ ਗਿਆ ਤੇ ਉੱਥੇ ਮੌਜੂਦ ਲੋਕਾਂ ਨੇ ਡਿਬਡਬਾ ਜੀ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਰੀਤ ਸਿੰਘ ਦੇ ਦਾਦਾ ਜੀ ਸਾਡੇ ਸਾਰਿਆਂ ਦੇ ਦਾਦਾ ਜੀ ਹਨ ਤੇ ਸਾਨੂੰ ਉਹਨਾਂ ਤੋਂ ਮਜ਼ਬੂਤ ਹੋਣ ਦੀ ਪ੍ਰੇਰਣਾ ਮਿਲੀ ਹੈ। ਟਿਕਰੀ ਬਾਰਡਰ ਤੋਂ ਇੱਕ ਪਰੇਸ਼ਾਨ ਕਰਨ ਵਾਲੀ ਖਬਰ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਪਿੰਡ ਬੱਲੋ ਦੇ ਕਿਸਾਨ ਹਾਕਮ ਸਿੰਘ ਦੀ ਟਿਕਰੀ ਬਾਰਡਰ ਤੇ ਲਾਸ਼ ਬਰਾਮਦ ਹੋਈ ਹੈ। ਗਲਾ ਪੂਰੀ ਤਰ੍ਹਾਂ ਦੇ ਨਾਲ ਵੱਢਿਆ ਹੋਇਆ ਹੈ। ਮ੍ਰਿਤਕ ਕਿਸਾਨ ਦਾ ਅੱਧਾ ਸਿਰ ਵੱਢਿਆ ਹੋਣ ਕਰਕੇ ਕਤਲ ਦਾ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਕਿਸਾਨ ਹਾਕਮ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਜੁੜਿਆ ਹੋਇਆ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਕਿਸਾਨ ਹਾਕਮ ਸਿੰਘ ਦੇ ਮੌਤ ਦਾ ਜਿਹੜਾ ਭੇਦ ਬਣਿਆ ਹੋਇਆ ਹੈ ਉਸ ਨੂੰ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਨੇ ਇੱਕਦਮ ਡੀਏਪੀ ਅਤੇ ਸੁਪਰ ਫਾਸਫੇਟ ਖਾਦ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਮਾਰਚ ਮਹੀਨੇ ਦੇ ਵਿੱਚ ਯਾਨੀ ਕਿ ਇਸੇ ਮਹੀਨੇ ਦੇ ਵਿੱਚ ਖਾਦ ਦੀਆਂ ਕੀਮਤਾਂ ਵਿੱਚ ਜਿਹੜਾ ਵਾਧਾ ਕੀਤਾ ਗਿਆ ਉਸ ਦਾ ਸਭ ਤੋਂ ਵੱਧ ਭਾਰ ਮਾਲਵਾ ਪੱਟੀ ਦੇ ਕਿਸਾਨਾਂ ਦੇ ਸਿਰ ਪੈਣ ਵਾਲਾ ਹੈ ਕਿਉਂਕਿ ਹਾੜੀ ਸੌਣੀ ਦੌਰਾਨ ਇਹਨਾਂ ਖਾਦਾਂ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਪੰਜਾਬ ਦੇ ਇਸੇ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਹੁੰਦੀ ਹੈ। ਚੁੱਪ-ਚਪੀਤੇ ਕੇਂਦਰ ਸਰਕਾਰ ਨੇ ਭਾਅ ਵਧਾ ਦਿੱਤੇ ਨੇ ਜਿਹਦੇ ਕਰਕੇ ਸਰਕਾਰੀ ਤੇ ਪ੍ਰਾਈਵੇਟ ਖਾਦ ਡੀਲਰਾਂ ਨੇ ਤੁਰੰਤ ਕਿਸਾਨਾਂ ਨੂੰ ਖਾਦ ਦੇਣ ਤੋਂ ਪਾਸਾ ਵੱਟ ਲਿਆ। ਮਾਨਸਾ ਸਥਿਤ ਮਾਰਕਫੈਡ ਦਫ਼ਤਰ ਤੋਂ ਪਤਾ ਲੱਗਿਆ ਕਿ ਜਿਹੜੀਆਂ ਖਾਦਾਂ ਦੇ ਭਾਅ ਵਧੇ ਨੇ ਉਹਨਾਂ ਵਿੱਚ ਡੀਏਪੀ ਤੇ ਸੁਪਰ ਫਾਸਫੇਟ ਸ਼ਾਮਿਲ ਨੇ। ਸਰਕਾਰ ਨੇ ਹਾਲੇ ਤੱਕ ਯੂਰੀਆ, ਸਲਫਰ, ਜ਼ਿੰਕ ਦੇ ਭਾਅ ਨਾਲ ਛੇੜਛਾੜ ਹਾਲਾਂਕਿ ਨਹੀਂ ਕੀਤੀ ਹੈ। ਖਾਦਾਂ ਦੇ ਇਹ ਭਾਅ ਸਰਕਾਰ ਨੇ ਅੰਦਰ ਖਾਤੇ ਵਧਾ ਦਿੱਤੇ ਨੇ। ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਇੱਕ ਹੋਰ ਪੰਗਾ ਲੈ ਲਿਆ ਤੇ 25 ਮਾਰਚ ਦੁਪਹਿਰ ਤੱਕ ਇਸ ਦੀ ਭਾਫ ਹੀ ਨਹੀਂ ਨਿਕਲਣ ਦਿੱਤੀ। ਇੱਥੋਂ ਤੱਕ ਕਿ ਖੇਤੀ ਨਾਲ ਜੁੜੇ ਸਭ ਤੋਂ ਅਹਿਮ ਮਹਿਕਮੇ ਖੇਤੀਬਾੜੀ ਵਿਭਾਗ ਨੂੰ ਵੀ 25 ਮਾਰਚ ਸ਼ਾਮ ਤੱਕ ਨਵੀਆਂ ਕੀਮਤਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ। ਹੁਣ ਵਿਦੇਸ਼ੀ ਡੀਏਪੀ ਖਾਦ ਦੀ ਇੱਕ ਬੋਰੀ ਦੀ ਕੀਮਤ 1850 ਰੁਪਏ ਹੋ ਗਈ ਹੈ ਜਦਕਿ ਸਵਦੇਸ਼ੀ ਡੀਏਪੀ ਖਾਦ ਦੀ ਇੱਕ ਬੋਰੀ 1700 ਰੁਪਏ ਦੀ ਕਰ ਦਿੱਤੀ ਗਈ ਹੈ। ਉਧਰ ਸੁਪਰ ਫਾਸਫੇਟ ਖਾਦ ਦੀ ਇੱਕ ਬੋਰੀ ਹੁਣ 425 ਰੁਪਏ ਤੋਂ ਵੱਧ ਕੇ 465 ਰੁਪਏ ਦੀ ਹੋ ਗਈ ਹੈ। ਤੇ ਜਦੋਂ ਸਰਕਾਰ ਨੇ ਚੁੱਪ-ਚਪੀਤੇ ਭਾਅ ਵਧਾ ਦਿੱਤੇ ਨੇ ਤਾਂ ਜਿਹੜੇ ਪ੍ਰਾਈਵੇਟ ਡੀਲਰ ਹੈਗੇ ਨੇ ਜਾਂ ਫਿਰ ਸਰਕਾਰੀ ਡੀਲਰ ਹੈਗੇ ਨੇ ਉਹਨਾਂ ਨੇ ਤੁਰੰਤ ਜਿਹੜੀ ਖਾਦ ਹੈ ਉਸ ਕਿਸਾਨਾਂ ਨੂੰ ਦੇਣੀ ਬੰਦ ਕਰ ਦਿੱਤੀ ਹੈ ਕਿਉਂਕਿ ਮਨ ਦੇ ਵਿੱਚ ਉਹਨਾਂ ਦੇ ਲਾਲਚ ਹੈ। ਵਪਾਰੀ ਲੋਕ ਨੇ ਉਹਨਾਂ ਨੂੰ ਹੁਣ ਇਹ ਹੈ ਕਿ ਅਸੀਂ ਜਿੰਨੀ ਵੀ ਖਾਦ ਪਈ ਹੈ ਉਸ ਨੂੰ ਨਵੇਂ ਭਾਅ ਦੇ ਉੱਤੇ ਹੀ ਕਿਸਾਨਾਂ ਨੂੰ ਵੇਚਾਂਗੇ।
ਪੰਜਾਬ ਸਰਕਾਰ ਨੇ ਕਰੋਨਾ ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ ਵਿੱਚ ਸਾਰੇ ਅਜਾਇਬ ਘਰ 10 ਅਪ੍ਰੈਲ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਤੇ ਖਾਲਸਾ ਨੂੰ ਵੀ ਫੌਰੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਆਮ ਲੋਕਾਂ ਦੇ ਦਾਖਲੇ ਤੇ 10 ਅਪ੍ਰੈਲ ਤੱਕ ਪਾਬੰਦੀ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 12 ਵਜੇ ਤੱਕ ਮੌਨ ਧਾਰ ਕੇ ਕਰੋਨਾ ਕਾਰਨ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਵਿੱਚ ਲੋਕਾਂ ਨੇ ਕਰੋਨਾ ਕਾਲ ਦੇ ਵਿੱਚ ਵਿਛੜੇ ਗਏ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਫੈਸਲਾ ਲਿਆ ਹੈ। ਸ਼ਨੀਵਾਰ 27 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 12 ਵਜੇ ਤੱਕ ਮੌਨ ਧਾਰ ਕੇ ਆਪਣੀ ਜਾਨ ਗਵਾਉਣ ਵਾਲੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਤੇ ਫਰੀਦਕੋਟ ਜ਼ਿਲ੍ਹੇ ਦੇ ਨਾਲ-ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਅਰਾਵਿੰਦ ਕੁਮਾਰ ਨੇ ਵੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 12 ਵਜੇ ਤੱਕ 1 ਘੰਟੇ ਤੱਕ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਸ਼ਾਂਤੀ ਹੈ ਉਹ ਧਾਰਨ ਕੀਤੀ ਜਾਏਗੀ। ਵਹੀਕਲਾਂ ਦੀ ਵੀ ਕੋਈ ਗਤੀਵਿਧੀ ਇਸ ਦਰਮਿਆਨ ਸ਼ਹਿਰ ਦੇ ਵਿੱਚ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਬਹੁਜਨ ਸਮਾਜ ਪਾਰਟੀ ਦੇ ਉੱਤਰ ਪ੍ਰਦੇਸ਼ ਤੋਂ ਵਿਧਾਇਕ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸ਼ਿਫਟ ਕਰਨ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹੜਾ ਕਿ ਪੰਜਾਬ ਦੀ ਜੇਲ੍ਹ ਵਿੱਚ ਇਸ ਵਕਤ ਬੰਦ ਹੈ। ਰੂਪਨਗਰ ਜੇਲ੍ਹ ਦੇ ਵਿੱਚ ਮੁਖਤਾਰ ਅੰਸਾਰੀ ਬੰਦ ਹੈ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੰਸਾਰੀ ਨੂੰ 2 ਹਫ਼ਤਿਆਂ ਦੇ ਵਿੱਚ ਯੂਪੀ ਸ਼ਿਫਟ ਕਰ ਦਿੱਤਾ ਜਾਏਗਾ ਤੇ ਉੱਥੇ ਹੀ ਅੰਸਾਰੀ ਦਾ ਮਾਮਲਾ ਚੱਲੇਗਾ। ਦਰਅਸਲ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਭੇਜਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਯੂਪੀ ਸਰਕਾਰ ਵਿਚਾਲੇ ਵਿਵਾਦ ਚੱਲ ਰਿਹਾ ਸੀ। ਮੁਖਤਾਰ ਅੰਸਾਰੀ ਖਿਲਾਫ ਯੂਪੀ ਦੇ ਮਊ, ਗਾਜ਼ੀਪੁਰ, ਵਾਰਾਣਸੀ ਦੇ ਵਿੱਚ ਦਰਜਨਾਂ ਕੇਸ ਦਰਜ ਨੇ, ਪਰ ਉਹ ਪਿਛਲੇ 2 ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਹੀ ਬੰਦ ਹੈ। ਯੂਪੀ ਦੀ ਸਰਕਾਰ ਹੈ ਜਿਹੜੀ ਯੋਗੀ ਆਦਿੱਤਿਆਨਾਥ ਦੀ ਸਰਕਾਰ, ਉਹ ਕਈ ਵਾਰੀ ਕਹਿ ਚੁੱਕੀ ਹੈ ਪੰਜਾਬ ਸਰਕਾਰ ਨੂੰ ਕਿ ਮੁਖਤਾਰ ਅੰਸਾਰੀ ਸਾਨੂੰ ਸੌਂਪਿਆ ਜਾਵੇ, ਪਰ ਉਸਦੀਆਂ ਸਿਹਤ ਸਹੂਲਤਾਂ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਨੇ ਹਮੇਸ਼ਾ ਉਹਨਾਂ ਦੀ ਇਸ ਮੰਗ ਨੂੰ ਠੁਕਰਾਇਆ ਹੈ। ਯੂਪੀ ਸਰਕਾਰ ਸੂਬੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦਕਿ ਪੰਜਾਬ ਪੁਲਿਸ ਕਹਿ ਰਹੀ ਸੀ ਕਿ ਮੁਖਤਾਰ ਅੰਸਾਰੀ ਨੂੰ ਇਸ ਲਈ ਅਸੀਂ ਨਹੀਂ ਭੇਜ ਸਕਦੇ ਕਿਉਂਕਿ ਉਸਦੀ ਸਿਹਤ ਠੀਕ ਨਹੀਂ ਹੈ। ਇਸ ਕਰਕੇ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ। ਇਸ ਤੇ ਪੰਜਾਬ ਸਰਕਾਰ ਨੇ ਵੀ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ, ਕਿਹਾ ਕਿ ਮੁਖਤਾਰ ਅੰਸਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਸਣੇ ਕਈ ਬਿਮਾਰੀਆਂ ਨੇ, ਇਸ ਕਰਕੇ ਡਾਕਟਰਾਂ ਨੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਕਰਕੇ ਹਾਲੇ ਯੂਪੀ ਨਹੀਂ ਭੇਜਿਆ ਜਾ ਸਕਦਾ। ਮੁਖਤਾਰ ਅੰਸਾਰੀ ਦੇ ਖਿਲਾਫ ਅਵਧੇਸ਼ ਰਾਏ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ, ਜਦਕਿ ਕ੍ਰਿਸ਼ਨਾਨੰਦ ਰਾਏ ਕਤਲ ਕੇਸ ਦੇ ਵਿੱਚ ਉਸਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਰਿਹਾ ਕੀਤਾ ਹੈ। ਮੁਖਤਾਰ ਅੰਸਾਰੀ ਤੇ ਇਲਜ਼ਾਮ ਹੈ ਕਿ ਉਸਨੇ ਜਨਵਰੀ 2019 ਦੇ ਵਿੱਚ ਮੋਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਮੰਗੇ ਸੀ। ਮੁਖਤਾਰ ਅੰਸਾਰੀ ਨੂੰ ਗੈਂਗਸਟਰ ਮੰਨਿਆ ਜਾਂਦਾ ਹੈ ਯੂਪੀ ਦੇ ਵਿੱਚ। ਹਾਲਾਂਕਿ 1996 ਦੇ ਵਿੱਚ ਬਸਪਾ ਦੀ ਟਿਕਟ ਤੇ ਜਿੱਤ ਕੇ ਪਹਿਲੀ ਵਾਰੀ ਵਿਧਾਨ ਸਭਾ ਪਹੁੰਚਿਆ ਸੀ ਮੁਖਤਾਰ ਅੰਸਾਰੀ। ਉਸ ਤੋਂ ਬਾਅਦ 2002, 2007, 2012 ਤੇ 2017 ਦੇ ਵਿੱਚ ਵੀ ਅੰਸਾਰੀ ਨੇ ਮਊ ਤੋਂ ਜਿੱਤ ਹਾਸਲ ਕੀਤੀ ਸੀ। ਤੇ ਜਿਹੜੀਆਂ ਆਖਰੀ 3 ਚੋਣਾਂ ਨੇ 2007, 12 ਤੇ 17 ਦੀਆਂ, ਇਹ ਉਸਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹਿੰਦੇ ਹੋਏ ਹੀ ਲੜੀਆਂ ਤੇ ਜਿੱਤੀਆਂ। 26 ਜਨਵਰੀ 2021 ਦੇ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ ਦਿੱਲੀ ਦੇ ਵਿੱਚ। ਇਸ ਦਰਮਿਆਨ ਲਾਲ ਕਿਲੇ ਤੇ ਸਿੱਖੀ ਦਾ ਝੰਡਾ ਅਤੇ ਕਿਸਾਨਾਂ ਦਾ ਝੰਡਾ ਵੀ ਝੁਲਾਇਆ ਗਿਆ ਸੀ, ਜਿਸ ਨੂੰ ਸਰਕਾਰ ਨੇ ਇੱਕ ਵੱਡੇ ਗੁਨਾਹ ਦੇ ਵਜੋਂ ਪੇਸ਼ ਕਰਦਿਆਂ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਤੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਜੁਗਰਾਜ ਸਿੰਘ ਦੇ ਪਿਤਾ ਸਮੇਤ ਸਾਰੇ ਪਰਿਵਾਰ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਿਹੜਾ ਇੱਥੇ ਰੱਖਿਆ ਗਿਆ ਸੀ ਦਲ ਖਾਲਸਾ ਦੇ ਵੱਲੋਂ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਰੱਖਿਆ ਗਿਆ ਸੀ। ਜਿਹੜੇ ਸੰਘਰਸ਼ ਦੇ ਵਿੱਚ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਹੈਗੇ ਨੇ ਸੁਰਜੀਤ ਸਿੰਘ ਫੂਲ ਅਤੇ ਐਸਜੀਪੀਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਵੀ ਇਸ ਮੌਕੇ ਮੌਜੂਦ ਸੀ। ਜੁਗਰਾਜ ਸਿੰਘ 23 ਸਾਲ ਦਾ ਨੌਜਵਾਨ ਹੈ, ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਣ ਤਾਰਾ ਸਿੰਘ ਦਾ ਵਸਨੀਕ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। ਮੁੰਬਈ ਤੋਂ ਖਬਰ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਫਾਇਰ ਬ੍ਰਿਗੇਡ ਦੇ ਅਮਲੇ ਦੇ ਮੁਤਾਬਿਕ ਹਸਪਤਾਲ ਵਿੱਚ ਅੱਗ ਅੱਧੀ ਰਾਤ ਤੋਂ ਬਾਅਦ ਲੱਗੀ। ਕਰੀਬ 70 ਮਰੀਜ਼ਾਂ ਨੂੰ ਬਚਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ। ਨਿਕਿਤਾ ਤੋਮਰ ਕਤਲ ਕੇਸ ਦੇ ਵਿੱਚ ਅਦਾਲਤ ਨੇ ਦੋਸ਼ੀ ਤੌਸੀਫ ਅਤੇ ਰਿਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਹਰਿਆਣਾ ਦੇ ਫਤਿਹਾਬਾਦ ਦਾ ਇਹ ਨਿਕਿਤਾ ਤੋਮਰ ਕਤਲ ਕੇਸ ਬਹੁਤ ਹੀ
ਚਰਚਿਤ ਕੇਸ ਹੈ ਤੇ ਇਸ ਦੇ ਵਿੱਚ ਦੋਵੇਂ ਦੋਸ਼ੀਆਂ ਨੂੰ ਅੱਜ ਸਜ਼ਾ ਦਾ ਐਲਾਨ ਹੋਣਾ ਸੀ ਤੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਐਡੀਸ਼ਨਲ ਸੈਸ਼ਨ ਜੱਜ ਸਰਤਾਜ ਬਾਸਵਾਨਾ ਦੀ ਫਾਸਟ ਟਰੈਕ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਨੀਮਕਾ ਜੇਲ੍ਹ ਦੇ ਵਿੱਚ ਭੇਜ ਦਿੱਤਾ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅੱਜ ਸਵੇਰੇ ਅਚਾਨਕ ਸਿਹਤ ਵਿਗੜ ਗਈ। ਛਾਤੀ ਵਿੱਚ ਦਰਦ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਸੈਨਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਮੁਤਾਬਿਕ ਉਹਨਾਂ ਦੀ ਹਾਲਤ ਸਥਿਰ ਹੈ। ਫਿਲਹਾਲ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਸੁਪਰੀਮ ਕੋਰਟ ਨੇ ਜਾਤ ਆਧਾਰਿਤ ਰਾਖਵੇਂਕਰਨ ਤੇ ਇੱਕ ਅਹਿਮ ਟਿੱਪਣੀ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇੱਕ ਦਿਨ ਹਰ ਕਿਸਮ ਦਾ ਰਾਖਵਾਂਕਰਨ ਖਤਮ ਹੋ ਜਾਏਗਾ ਤੇ ਸ਼ਾਇਦ ਸਿਰਫ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ ਹੀ ਇਹ ਰਾਖਵਾਂਕਰਨ ਰਹਿ ਜਾਵੇਗਾ। ਹਾਲਾਂਕਿ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਸਰਕਾਰੀ ਨੀਤੀ ਦੇ ਮਾਮਲੇ ਦੇ ਵਿੱਚ ਕਿਹਾ ਗਿਆ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ 5 ਜੱਜਾਂ ਦੀ ਸੰਵਿਧਾਨਿਕ ਬੈਂਚ ਮਹਾਰਾਸ਼ਟਰ ਦੇ ਵਿੱਚ ਸਮਾਜਿਕ ਤੇ ਸਿੱਖਿਅਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ, ਜਿਸ ਦੇ ਤਹਿਤ ਮਰਾਠਿਆਂ ਨੂੰ ਨੌਕਰੀਆਂ ਤੇ ਦਾਖਲਿਆਂ ਦੇ ਵਿੱਚ ਰਾਖਵਾਂਕਰਨ ਦਿੱਤਾ ਗਿਆ ਹੈ। ਤਾਂ ਜੱਜ ਅਸ਼ੋਕ ਭੂਸ਼ਣ ਨੇ ਕਿਹਾ ਕਿ ਸ਼ਾਇਦ ਹਰ ਤਰ੍ਹਾਂ ਦਾ ਰਾਖਵਾਂਕਰਨ ਖਤਮ ਹੋ ਜਾਵੇਗਾ ਤੇ ਕੋਟਾ ਸਿਰਫ ਆਰਥਿਕ ਤੌਰ ਤੇ ਪਛੜਿਆਂ ਦੇ ਲਈ ਹੀ ਇੱਕ ਦਿਨ ਰਹਿ ਜਾਵੇਗਾ, ਪਰ ਇਹ ਨੀਤੀਗਤ ਫੈਸਲੇ ਨੇ। ਮਹਾਰਾਸ਼ਟਰ ਤੋਂ ਖਬਰ ਹੈ, ਜਿੱਥੇ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤੇ ਉੱਥੋਂ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਪੁਣੇ ਦੇ ਵਿੱਚ ਕਿਹਾ ਕਿ ਪੁਣੇ ਸ਼ਹਿਰ ਦੇ ਵਿੱਚ ਹਾਲਾਤ ਵਿਗੜ ਰਹੇ ਨੇ ਤੇ ਲੋਕਾਂ ਨੂੰ ਕਰੋਨਾ ਦੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ। ਜੇ ਲੋਕ ਨਹੀਂ ਮੰਨਣਗੇ ਤਾਂ 2 ਅਪ੍ਰੈਲ ਤੋਂ ਬਾਅਦ ਇੱਥੇ ਲੋਕਡਾਊਨ ਲਾਉਣ ਤੇ ਅਸੀਂ ਵਿਚਾਰ ਕਰਨ ਦੇ ਲਈ ਮਜਬੂਰ ਹੋ ਜਾਵਾਂਗੇ। ਆਮ ਤੌਰ ਤੇ ਅਸੀਂ ਦੇਸ਼ ਦੇ ਵਿੱਚ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਆ ਕਿ ਜਦੋਂ ਸਨਕੀ ਪ੍ਰੇਮੀ ਹੁੰਦੇ ਨੇ ਉਹਨਾਂ ਨੂੰ ਕੁੜੀ ਦੇ ਵੱਲੋਂ ਇਨਕਾਰ ਹੋ ਜਾਂਦਾ ਹੈ ਤਾਂ ਉਸ ਦੇ ਮੂੰਹ ਦੇ ਉੱਤੇ ਤੇਜ਼ਾਬ ਸੁੱਟ ਦਿੰਦੇ ਨੇ। ਤੇ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਪੀੜਿਤ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਚਿਹਰੇ ਤੇਜ਼ਾਬ ਸੁੱਟ ਕੇ ਖਰਾਬ ਕਰ ਦਿੱਤੇ ਗਏ ਨੇ। ਪਰ ਹੁਣ ਹੈਰਾਨ ਕਰਨ ਵਾਲੀ ਘਟਨਾ ਯੂਪੀ ਤੋਂ ਆ ਰਹੀ ਹੈ, ਜਿੱਥੇ ਆਗਰਾ ਦੇ ਹਰੀ ਪਰਬਤ ਥਾਣੇ ਅਧੀਨ ਆਉਂਦੇ ਖੰਡਾਰੀ ਇਲਾਕੇ ਦੇ ਵਿੱਚ ਇੱਕ ਮੁਟਿਆਰ ਨੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਵਾਲੇ ਪ੍ਰੇਮੀ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਤੇ ਉਸ ਦੀ ਮੌਤ ਹੋ ਗਈ। 28 ਸਾਲ ਦੇ ਨੌਜਵਾਨ ਦਵਿੰਦਰ ਰਾਜਪੂਤ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸੋਨਮ ਤੇ ਦਵਿੰਦਰ ਦੋਵੇਂ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿੰਦੇ ਸੀ, ਪਰ ਜਦੋਂ ਮੁਟਿਆਰ ਨੂੰ ਪਤਾ ਲੱਗਿਆ ਕਿ ਪ੍ਰੇਮੀ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਹੈ ਤਾਂ ਉਸਨੇ ਪ੍ਰੇਮੀ ਨੂੰ ਆਪਣੇ ਘਰ ਸੱਦ ਕੇ ਉਸ ਤੇ ਤੇਜ਼ਾਬ ਸੁੱਟ ਦਿੱਤਾ। ਹਮਲੇ ਵਿੱਚ ਮੁਟਿਆਰ ਖੁਦ ਵੀ ਜ਼ਖਮੀ ਹੋ ਗਈ ਹੈ, ਹਸਪਤਾਲ ਦੇ ਵਿੱਚ ਦਾਖਲ ਹੈ। ਆਂਧਰਾ ਪ੍ਰਦੇਸ਼ ਤੋਂ ਖਬਰ ਹੈ, ਜਿੱਥੇ ਹਾਈ ਕੋਰਟ ਦੇ ਜੱਜਾਂ ਦੇ ਲਈ ਸਰਕਾਰ ਨੇ ਲਿਮੋਜ਼ਿਨ ਕਾਰ ਖਰੀਦਣ ਦੀ ਆਗਿਆ ਦਿੱਤੀ ਹੈ। ਯਾਨੀ ਕਿ ਹੁਣ ਆਂਧਰਾ ਪ੍ਰਦੇਸ਼ ਦੇ ਵਿੱਚ ਹਾਈ ਕੋਰਟ ਦੇ ਜੱਜ ਲਿਮੋਜ਼ਿਨ ਦੀ ਸਵਾਰੀ ਕਰਨਗੇ। ਸੂਬਾ ਸਰਕਾਰ ਨੇ 6.5 ਕਰੋੜ ਰੁਪਏ ਦੇ 20 ਕੀਆ ਕਾਰਨੀਵਲ ਪ੍ਰੀਮੀਅਮ ਵਾਹਨਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਲਿਮੋਜ਼ਿਨ ਦੀ ਕੀਮਤ ਹੈ ਜਿਹੜੀ ਉਹ 31.5 ਲੱਖ ਰੁਪਏ ਹੈ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੇ ਵੱਲੋਂ ਚਿੱਠੀ ਲਿਖਣ ਦੇ ਕੁਝ ਘੰਟਿਆਂ ਬਾਅਦ ਹੀ ਸਰਕਾਰ ਨੇ ਆਗਿਆ ਦੇ ਦਿੱਤੀ ਤੇ ਇਸ ਲਈ 6.5 ਕਰੋੜ ਰੁਪਏ ਦੇ ਵਾਧੂ ਬਜਟ ਦਾ ਐਲਾਨ ਵੀ ਕਰ ਦਿੱਤਾ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੀ ਦੁਨੀਆ ਦੀਆਂ। ਵੀਗਰ ਮੁਸਲਮਾਨਾਂ ਦੇ ਮੁੱਦੇ ਤੇ ਚੀਨ ਨੇ ਬਰਤਾਨੀਆ ਨੂੰ ਚੇਤਾਵਨੀ ਦਿੱਤੀ ਹੈ। ਇੱਕ ਹੋਰ ਮੁੱਦੇ ਦੇ ਉੱਤੇ ਚੇਤਾਵਨੀ ਦਿੰਦਿਆਂ ਆਪਣੀ ਭੜਾਸ ਕੱਢੀ ਹੈ ਤੇ ਕਿਹਾ ਕਿ ਗਲਤ ਰਸਤੇ ਤੇ ਬਰਤਾਨੀਆ ਨਾ ਜਾਏ। ਚੀਨ ਨੇ ਬਰਤਾਨੀਆ ਦੇ ਉਸ ਕਦਮ ਦੀ ਆਲੋਚਨਾ ਕੀਤੀ ਹੈ ਜਿਸ ਵਿੱਚ ਬਰਤਾਨੀਆ ਨੇ ਕੁਝ ਚੀਨੀ ਨਾਗਰਿਕਾਂ ਅਤੇ ਜਥੇਬੰਦੀਆਂ ਤੇ ਪਾਬੰਦੀ ਲਾ ਦਿੱਤੀ ਹੈ। ਬਰਤਾਨੀਆ ਨੇ ਇਹ ਪਾਬੰਦੀ ਚੀਨ ਦੇ ਸ਼ਿਨਜ਼ਿਆਂਗ ਸੂਬੇ ਦੇ ਵਿੱਚ ਵੀਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਹਵਾਲਾ ਦਿੰਦੇ ਹੋਏ ਲਾਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਸਿਲਸਿਲੇ ਦੇ ਵਿੱਚ ਅੱਜ ਇੱਕ ਬਿਆਨ ਜਾਰੀ ਕਰਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਕਿਹਾ ਕਿ ਬਰਤਾਨੀਆ ਨੇ ਸ਼ਿਨਜ਼ਿਆਂਗ ਦੇ ਵਿੱਚ ਕਥਿਤ ਮਨੁੱਖੀ ਅਧਿਕਾਰ ਮਸਲੇ ਨੂੰ ਲੈ ਕੇ ਚੀਨੀ ਨਾਗਰਿਕਾਂ ਤੇ ਇੱਕ ਤਰਫਾ ਰੋਕ ਲਾ ਦਿੱਤੀ ਹੈ। ਚੀਨ ਦੇ ਮੁਤਾਬਿਕ ਬਰਤਾਨੀਆ ਦਾ ਇਹ ਕਦਮ ਕੁਝ ਹੋਰ ਨਹੀਂ ਬਲਕਿ ਝੂਠ ਤੇ ਗਲਤ ਜਾਣਕਾਰੀਆਂ ਤੇ ਆਧਾਰਿਤ ਹੈ। ਇਹ ਕੌਮਾਂਤਰੀ ਕਾਨੂੰਨਾਂ ਅਤੇ ਕੌਮਾਂਤਰੀ ਸੰਬੰਧਾਂ ਦੇ ਬੁਨਿਆਦੀ ਕਾਇਦੇ ਕਾਨੂੰਨਾਂ ਦਾ ਉਲੰਘਣ ਹੈ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਦਖਲ ਦੇਣ ਅਤੇ ਬ੍ਰਿਟੇਨ ਚੀਨ ਦੇ ਸੰਬੰਧਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਵਾਲਾ ਹੈ। ਭਾਰਤ ਸਰਕਾਰ ਨੇ ਕਬੂਲ ਕੀਤਾ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਚੀਨ ਨਿਰਮਾਣ ਕਰ ਰਿਹਾ ਹੈ। ਭਾਰਤ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਵਿੱਚ ਚੀਨ ਮੁੱਢਲੇ ਢਾਂਚਿਆਂ ਦਾ ਕੁਝ ਨਿਰਮਾਣ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਮੋਦੀ ਸਰਕਾਰ ਨੇ ਇਸ ਦਾ ਖੁਲਾਸਾ ਕੀਤਾ ਹੈ। ਵਿਦੇਸ਼ ਰਾਜ ਮੰਤਰੀ ਲੋਕ ਸਭਾ ਦੇ ਵਿੱਚ ਵੀ ਮੁਰਲੀਧਰਨ ਨੇ ਲਿਖਤੀ ਜਵਾਬ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਭਾਰਤ
ਭਾਰਤ ਨਾਲ ਲੱਗਦੇ ਤਿੱਬਤ ਤੇ ਜ਼ਿੰਜਿਆਂਗ ਇਲਾਕੇ ਦੇ ਵਿੱਚ ਚੀਨ ਲਗਾਤਾਰ ਨਿਰਮਾਣ ਕਰਵਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਆਸ ਜਾਗੀ ਹੈ। ਆਸਟ੍ਰੇਲੀਆਈ ਇਮੀਗ੍ਰੇਸ਼ਨ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਐਲੈਕਸ ਹੌਕ ਨੇ ਆਪਣੇ ਨਵੇਂ ਬਿਆਨ ਦੇ ਵਿੱਚ ਕਿਹਾ ਕਿ ਅਸਥਾਈ ਵੀਜ਼ਾ ਧਾਰਕਾਂ ਦੀ ਜਲਦ ਵਾਪਸੀ ਲਈ ਠੋਸ ਯੋਜਨਾ ਬਣਾਈ ਜਾ ਰਹੀ ਹੈ। ਇਸ ਨਾਲ ਦੇਸ਼ ਤੋਂ ਬਾਹਰ ਫਸੇ ਅਸਥਾਈ ਵੀਜ਼ਾ ਧਾਰਕਾਂ, ਕੌਮਾਂਤਰੀ ਵਿਦਿਆਰਥੀਆਂ ਤੇ ਹਜ਼ਾਰਾਂ ਪ੍ਰਵਾਸੀਆਂ ਦੀ ਵਾਪਸੀ ਦੀਆਂ ਆਸਾਂ ਜਾਗ ਗਈਆਂ ਨੇ। ਹੌਕ ਮੁਤਾਬਿਕ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਅਸਥਾਈ ਵੀਜ਼ਾ ਧਾਰਕਾਂ ਦਾ ਅਹਿਮ ਯੋਗਦਾਨ ਹੈ, ਜਿਸ ਕਰਕੇ ਸਰਕਾਰ ਦੇ ਵੱਲੋਂ ਕੋਵਿਡ ਟੀਕਾਕਰਨ ਪ੍ਰੋਗਰਾਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਕਿ ਕੌਮਾਂਤਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਸਮੇਤ ਅਸਥਾਈ ਪ੍ਰਵਾਸੀਆਂ ਨੂੰ ਇੱਥੇ ਜਲਦ ਐਂਟਰੀ ਮਿਲ ਸਕੇ। ਸਰਕਾਰੀ ਅੰਕੜਿਆਂ ਦੇ ਮੁਤਾਬਿਕ 10 ਜਨਵਰੀ 2021 ਤੱਕ ਕੁੱਲ 1,64,485 ਸਟੂਡੈਂਟ ਵੀਜ਼ੇ ਵਾਲੇ ਆਸਟ੍ਰੇਲੀਆ ਤੋਂ ਬਾਹਰ ਨੇ, ਜਿਨ੍ਹਾਂ ਵਿੱਚੋਂ 12,740 ਵਿਦਿਆਰਥੀ ਇਕੱਲੇ ਭਾਰਤ ਤੋਂ ਹਨ। ਕੋਰੋਨਾ ਮਹਾਮਾਰੀ ਕਾਰਨ ਦਸੰਬਰ 2020 ਵਿੱਚ ਆਸਟ੍ਰੇਲੀਆ ਤੋਂ ਤਕਰੀਬਨ 6 ਲੱਖ ਅਸਥਾਈ ਵੀਜ਼ਾ ਧਾਰਕ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਗਏ ਸੀ। ਅਮਰੀਕਾ ਤੋਂ ਖਬਰ ਹੈ, ਜਿੱਥੇ ਵਾਈਟ ਹਾਊਸ ਨੇ ਦੇਸ਼ ਭਰ ਦੇ ਵਿੱਚ ਘੱਟ ਆਮਦਨ ਵਾਲੇ, ਘੱਟ ਗਿਣਤੀ ਲੋਕਾਂ ਅਤੇ ਪੇਂਡੂ ਇਲਾਕਿਆਂ ਦੇ ਵਿੱਚ ਕੋਰੋਨਾ ਟੀਕਾਕਰਨ ਦੀ ਦਰ ਵਧਾਉਣ ਦੇ ਲਈ 10 ਅਰਬ ਅਮਰੀਕੀ ਡਾਲਰ ਹੋਰ ਖਰਚ ਕਰਨ ਦਾ ਐਲਾਨ ਕੀਤਾ ਹੈ। ਇਸੇ ਮਹੀਨੇ ਐਲਾਨੇ ਗਏ ਕਰੀਬ 2 ਖਰਬ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ ਦੇ ਵਿੱਚ ਕਮਿਊਨਿਟੀ ਸਿਹਤ ਕੇਂਦਰਾਂ ਦੇ ਲਈ 6 ਅਰਬ ਦਾ ਹੋਰ ਵਾਧਾ ਕਰ ਦਿੱਤਾ ਗਿਆ ਤਾਂ ਜੋ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਨੂੰ ਟੀਕਾ ਲੱਗ ਸਕੇ, ਉਹਨਾਂ ਦੇ ਟੈਸਟ ਹੋ ਸਕਣ। ਕੈਨੇਡਾ ਦੀ ਫੈਡਰਲ ਸਰਕਾਰ, ਜਸਟਿਨ ਟਰੂਡੋ ਦੀ ਸਰਕਾਰ ਆਪਣਾ ਬਜਟ ਹੈ ਜਿਹੜਾ 19 ਅਪ੍ਰੈਲ 2021 ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕਰੇਗੀ। ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਦੌਰਾਨ ਡਿਪਟੀ ਪ੍ਰਾਈਮ ਮਿਨਿਸਟਰ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਸ ਦਾ ਐਲਾਨ ਕੀਤਾ। ਦਰਅਸਲ ਕੋਵਿਡ-19 ਮਹਾਮਾਰੀ ਕਾਰਨ 2020 ਦੇ ਵਿੱਚ ਬਜਟ ਪੇਸ਼ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਸੀ। ਅਗਲੀ ਖਬਰ ਵੀ ਅਮਰੀਕਾ ਤੋਂ ਹੈ, ਜਿੱਥੇ ਅਲਾਬਾਮਾ ਤੇ ਹੋਰ ਇਲਾਕਿਆਂ ਦੇ ਵਿੱਚ ਤੂਫਾਨ ਆਇਆ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਜ਼ਬਰਦਸਤ ਤੂਫਾਨ ਤੇ ਮੀਂਹ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਨੇ। ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਤੂਫਾਨ ਨੇ ਸਾਰੇ ਸੂਬਿਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੈ। ਖਾਸ ਕਰਕੇ ਅਲਾਬਾਮਾ ਨੂੰ ਘਰਾਂ ਨੂੰ ਨੁਕਸਾਨ ਹੋਣ ਦੇ ਨਾਲ ਥਾਂ-ਥਾਂ ਤੇ ਦਰਖਤ ਡਿੱਗ ਗਏ ਨੇ, ਲੋਕ ਜ਼ਖਮੀ ਵੀ ਹੋਏ ਨੇ ਤੇ ਕਈ ਲੋਕ ਤੂਫਾਨ ਦੇ ਵਿੱਚ ਫਸ ਗਏ ਨੇ। 35,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਤੇ ਬਿਜਲੀ ਬਹਾਲ ਕਰਨ ਦੇ ਵਿੱਚ ਸਮਾਂ ਲੱਗ ਰਿਹਾ ਹੈ। ਕਲਹੋਨ ਕਾਉਂਟੀ ਦੇ ਅਧਿਕਾਰੀ ਪੈਟ ਬਰਾਊਨ ਨੇ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਹ ਸਾਰੇ ਬਾਲਗ ਸਨ। ਇਹ ਮੌਤਾਂ 3 ਘਰਾਂ ਦੇ ਢਹਿ ਢੇਰੀ ਹੋ ਜਾਣ ਕਾਰਨ ਹੋਈਆਂ ਨੇ। 3 ਪਰਿਵਾਰਕ ਜੀ ਅਲਾਬਾਮਾ ਦੇ ਪੂਰਬੀ ਇਲਾਕੇ ਦੇ ਵਿੱਚ ਇੱਕ ਛੋਟੇ ਜਿਹੇ ਕਸਬੇ ਓਹੈਚੀ ਦੇ ਵਿੱਚ ਲੱਕੜ ਦੇ ਫਰੇਮ ਵਾਲੇ ਘਰ ਵਿੱਚ ਢਾਂਚਾ ਡਿੱਗ ਜਾਣ ਕਾਰਨ ਮਾਰੇ ਗਏ। ਓਹੈਚੀ ਦੇ ਹੀ ਇੱਕ ਹੋਰ ਘਰ ਵਿੱਚ ਇੱਕ ਵਿਅਕਤੀ ਮਾਰਿਆ ਗਿਆ, ਜਦਕਿ ਵੈਲਿੰਗਟਨ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਤੂਫਾਨ ਦੀ ਜ਼ਬਰਦਸਤ ਸ਼ੁਰੂਆਤ ਕੇਂਦਰੀ ਅਲਾਬਾਮਾ ਦੇ ਵਿੱਚ ਬਾਅਦ ਦੁਪਹਿਰ ਹੋਈ ਤੇ ਸ਼ਾਮ ਤੱਕ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਤਬਾਹ ਹੋਈਆਂ ਸੜਕਾਂ ਦੀ ਸੂਚੀ ਵੀ ਲੰਬੀ ਦੱਸੀ ਜਾ ਰਹੀ ਹੈ, ਜਦਕਿ ਢਹਿ ਢੇਰੀ ਹੋਏ ਘਰਾਂ ਤੋਂ ਇਲਾਵਾ ਇੱਕ ਚਰਚ ਨੂੰ ਵੀ ਤੂਫਾਨ ਕਾਰਨ ਨੁਕਸਾਨ ਪਹੁੰਚਿਆ। ਤੂਫਾਨ ਦੇ ਜਾਰੀ ਰਹਿਣ ਕਾਰਨ ਬਚਾਅ ਤੇ ਰਾਹਤ ਕੋਸ਼ਿਸ਼ਾਂ ਦੇ ਵਿੱਚ ਵਿਘਨ ਪੈ ਰਿਹਾ ਹੈ। ਕਲਹੋਨ ਕਾਉਂਟੀ ਦੇ ਹੰਗਾਮੀ ਸਥਿਤੀ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਤੂਫਾਨ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਕਿਉਂਕਿ ਹਲੇ ਹੋਰ ਤੂਫਾਨ ਵੀ ਆ ਸਕਦਾ ਹੈ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।